ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡੇਲ ਕਾਰਨੇਗੀ ਦੁਆਰਾ ਲਿਖੀ ਕਿਤਾਬ ਲੋਕ ਵਿਹਾਰ, ਹਾਊ ਟੂ ਵਿਨ ਫਰੈਂਡਸ ਐਂਡ ਇਨਫਲੂਐਂਸ ਪੀਪਲ। ਲੋਕਾਂ ਦਾ ਪਿਆਰਾ ਬਣਨ ਦੀਆਂ 6 ਵਿਧੀਆਂ। ਦੂਸਰਾ ਅਧਿਆਇ। ਪਹਿਲਾ, ਸੰਸਕਾਰ ਚੰਗਾ ਪਾਉਣ ਦੀ ਇੱਕ ਸਰਲ ਵਿਧੀ। ਹੁਣੇ ਜਿਹੇ ਮੈਂ ਨਿਊਯਾਰਕ ਦੇ ਇੱਕ ਸਹਿਭੋਜ ਵਿੱਚ ਗਿਆ ਸੀ। ਮਹਿਮਾਨਾਂ ਵਿੱਚੋਂ ਇੱਕ ਇਸਤਰੀ, ਜਿਸ ਨੂੰ ਵਿਰਾਸਤ ਵਿੱਚ ਰੁਪਇਆ ਮਿਲਿਆ ਸੀ, ਹਰੇਕ ਉੱਤੇ ਸੁੱਖ ਦੇ ਸੰਸਕਾਰ ਪਾਉਣ ਦੀ ਉਤਸੁਕ ਸੀ। ਉਸਨੇ ਹੀਰਿਆਂ, ਮੋਤੀਆਂ ਅਤੇ ਸਮੂਹ ਉੱਤੇ ਚੰਗਾ ਧਨ ਲੁਟਾਇਆ ਸੀ, ਪਰੰਤੂ ਉਸਨੇ ਆਪਣੇ ਮੁੱਖ ਮੰਡਲ ਦੇ ਸੰਬੰਧ ਵਿੱਚ ਕੁਝ ਵੀ ਨਹੀਂ ਕੀਤਾ ਸੀ। ਉਸ ਤੋਂ ਰੁੱਖਾਪਣ ਅਤੇ ਸਵਾਰਥ ਦੀ ਤਹਿ ਟਪਕ ਰਹੀ ਸੀ। ਜਿਸ ਗੱਲ ਨੂੰ ਹਰੇਕ ਮਨੁੱਖ ਜਾਣਦਾ ਹੈ, ਉਸ ਨੂੰ ਉਹ ਨਹੀਂ ਸਮਝਦੀ ਸੀ। ਅਰਥਾਤ ਇਸਤਰੀ ਦੇ ਮੁੱਖ ਮੰਡਲ ਦੀ ਭਾਵ ਭੰਗਿਮਾ ਉਸ ਦੀ ਪਿੱਠ ਉੱਤੇ ਪਹਿਨੇ ਹੋਏ ਕੱਪੜਿਆਂ ਦੀ ਬਨਿਸਬਤ ਕਿਤੇ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ। ਗੱਲ ਵਿੱਚੋਂ ਗੱਲ ਹੈ, ਜਦੋਂ ਤੁਹਾਡੀ ਇਸਤਰੀ ਕੋਈ ਬਹੁਮੁੱਲੀ ਸਾੜੀ ਜਾਂ ਸਮੂਹ ਦਾ ਕੋਟ ਖਰੀਦਣ ਲੱਗੇ ਤਾਂ ਇਹ ਲਾਈਨ ਉਸ ਨੂੰ ਸੁਣਾਉਣ ਦੇ ਲਈ ਚੰਗੀ ਹੈ। ਚਾਰਲਸ ਸ਼ਵੈਬ ਨੇ ਮੈਨੂੰ ਦੱਸਿਆ ਸੀ ਕਿ ਉਸ ਦੀ ਮੁਸਕਰਾਹਟ ਦਾ ਮੁੱਲ $10,000 ਹੈ। ਸੰਭਾਵਿਤ ਉਹ ਇਸ ਸੱਚਾਈ ਨੂੰ ਸਮਝ ਰਿਹਾ ਸੀ। ਕਾਰਨ ਇਹ ਹੈ ਕਿ ਸ਼ਵੈਬ ਦੀ ਅਸਾਧਾਰਨ ਸਫਲਤਾ ਦਾ ਅਕਸਰ ਸਾਰਾ ਕਾਰਨ ਉਸ ਦਾ ਵਿਅਕਤੀਤਵ, ਉਸ ਦੀ ਮੋਹਿਨੀ ਸ਼ਕਤੀ ਅਤੇ ਲੋਕਾਂ ਦਾ ਪਿਆਰਾ ਬਣਨ ਦੀ ਉਸ ਦੀ ਯੋਗਤਾ ਹੈ। ਉਸ ਦੇ ਵਿਅਕਤੀਤਵ ਵਿੱਚ ਇੱਕ ਅਤਿਅੰਤ ਆਨੰਦਦਾਇਕ ਗੱਲ ਉਸ ਦੀ ਮਨੋਹਰ ਮੁਸਕਾਨ ਹੈ। ਇੱਕ ਵਾਰ ਮੈਂ ਮੌਰਿਸ ਚੈਵਲੀਅਰ ਦੇ ਨਾਲ ਸ਼ਾਮ ਬਿਤਾਈ। ਸੱਚ ਕਹਾਂ, ਮੈਨੂੰ ਬੜੀ ਨਿਰਾਸ਼ਾ ਹੋਈ। ਉਹ ਮੌਨ ਅਤੇ ਵਾਕ ਕੰਜੂਸ ਸੀ। ਜੋ ਕੁਝ ਮੈਂ ਆਸ ਕੀਤੀ ਸੀ, ਉਹ ਉਸ ਤੋਂ ਬਿਲਕੁਲ ਭਿੰਨ ਸੀ। ਪਰੰਤੂ ਜਦੋਂ ਉਹ ਮੁਸਕਰਾਇਆ ਤਾਂ ਅਜਿਹਾ ਲੱਗਿਆ ਮਾਨੋ ਬੱਦਲਾਂ ਵਿੱਚ ਸੂਰਜ ਚਮਕਿਆ ਹੋਵੇ। ਜੇ ਉਸ ਵਿੱਚ ਉਹ ਮੁਸਕਾਨ ਨਾ ਹੁੰਦੀ ਤਾਂ ਸ਼ਾਇਦ ਹੁਣ ਤੱਕ ਵੀ ਉਹ ਪੈਰਿਸ ਵਿੱਚ ਆਪਣੇ ਪਿਤਾ ਅਤੇ ਭਾਈਆਂ ਦੇ ਵਾਂਗ ਫਰਨੀਚਰ ਤਿਆਰ ਕਰਨ ਦਾ ਵਪਾਰ ਕਰਿਆ ਕਰਦਾ। ਕਰਮਾਂ ਦੀ ਆਵਾਜ਼ ਸ਼ਬਦਾਂ ਨਾਲੋਂ ਉੱਚੀ ਹੁੰਦੀ ਹੈ। ਮੁਸਕਾਨ ਦਾ ਅਰਥ ਹੁੰਦਾ ਹੈ, ਮੈਂ ਤੈਨੂੰ ਪਸੰਦ ਕਰਦਾ ਹਾਂ, ਤੂੰ ਮੈਨੂੰ ਸੁਖੀ ਬਣਾਉਂਦਾ ਹੈ, ਤੈਨੂੰ ਮਿਲ ਕੇ ਮੈਨੂੰ ਪ੍ਰਸੰਨਤਾ ਹੋਈ ਹੈ। ਇਹੀ ਕਾਰਨ ਹੈ ਕਿ ਕੁੱਤੇ ਇੰਨੇ ਚੰਗੇ ਲੱਗਦੇ ਹਨ। ਉਹ ਸਾਨੂੰ ਦੇਖ ਕੇ ਇੰਨੇ ਪ੍ਰਸੰਨ ਹੁੰਦੇ ਹਨ ਕਿ ਉਹ ਪ੍ਰਸੰਨਤਾ ਨਾਲ ਉਛਲ ਪੈਂਦੇ ਹਨ। ਇਸ ਲਈ ਬੇਸ਼ੱਕ ਅਸੀਂ ਵੀ ਉਹਨਾਂ ਨੂੰ ਮਿਲ ਕੇ ਪ੍ਰਸੰਨ ਹੁੰਦੇ ਹਾਂ। ਮਨ ਵਿੱਚ ਕਪਟ ਰੱਖ ਕੇ ਬਾਹਰ ਦੀ ਮੁਸਕਰਾਹਟ ਨਾਲ ਤੁਸੀਂ ਕਿਸੇ ਨੂੰ ਮੂਰਖ ਨਹੀਂ ਬਣਾ ਸਕਦੇ। ਅਸੀਂ ਜਾਣਦੇ ਹਾਂ ਕਿ ਇਹ ਦਿਖਾਵੇ ਦੀ ਮੁਸਕਾਨ ਹੈ, ਇਸ ਲਈ ਅਸੀਂ ਇਸ ਨੂੰ ਬੁਰਾ ਮੰਨਦੇ ਹਾਂ। ਮੈਂ ਸੱਚੀ ਮੁਸਕਾਨ ਦੀ, ਉਤਸ਼ਾਹ ਅਤੇ ਸਨੇਹਪੂਰਨ ਮੁਸਕਾਨ ਦੀ, ਅੰਤਰਸਥਲ ਵਿੱਚੋਂ ਨਿਕਲਣ ਵਾਲੀ ਮੁਸਕਾਨ ਦੀ, ਉਸ ਪ੍ਰਕਾਰ ਦੀ ਮੁਸਕਾਨ ਦੀ ਗੱਲ ਕਰ ਰਿਹਾ ਹਾਂ ਜਿਸ ਦਾ ਮੰਡੀ ਵਿੱਚ ਚੰਗਾ ਮੁੱਲ ਪੈ ਸਕਦਾ ਹੈ। ਨਿਊਯਾਰਕ ਦੇ ਇੱਕ ਵੱਡੇ ਡਿਪਾਰਟਮੈਂਟ ਸਟੋਰ ਦੇ ਪ੍ਰਬੰਧਕ ਨੇ ਮੈਨੂੰ ਦੱਸਿਆ ਕਿ ਜਿਸ ਲੜਕੀ ਨੇ ਹਾਲੇ ਮਿਡਲ ਵੀ ਪਾਸ ਨਹੀਂ ਕੀਤਾ, ਜੇ ਉਸ ਵਿੱਚ ਮਨੋਹਰ ਮੁਸਕਾਨ ਹੈ ਤਾਂ ਮੈਂ ਉਸ ਨੂੰ ਦੁਕਾਨ ਉੱਤੇ ਸੌਦਾ ਵੇਚਣ ਦੇ ਲਈ ਸੇਲਜ਼ ਗਰਲ ਰੱਖ ਸਕਦਾ ਹਾਂ, ਪਰੰਤੂ ਗੰਭੀਰ ਮੁੱਖ ਵਾਲੇ ਦਰਸ਼ਨਾਚਾਰੀਆਂ ਨੂੰ ਨਹੀਂ। ਯੂਨਾਈਟਿਡ ਸਟੇਟਸ ਦੀ ਇੱਕ ਬਹੁਤ ਵੱਡੀ ਰਬੜ ਕੰਪਨੀ ਦੇ ਬੋਰਡ ਆਫ ਡਾਇਰੈਕਟਰਜ਼ ਦੇ ਚੇਅਰਮੈਨ ਨੇ ਮੈਨੂੰ ਕਿਹਾ ਕਿ ਉਸ ਦੇ ਆਪਣੇ ਅਨੁਭਵ ਦੇ ਅਨੁਸਾਰ ਮਨੁੱਖ ਨੂੰ ਜਿਸ ਕੰਮ ਦੇ ਕਰਨ ਵਿੱਚ ਆਨੰਦ ਦਾ ਅਨੁਭਵ ਨਹੀਂ ਹੁੰਦਾ, ਉਸ ਵਿੱਚ ਉਸ ਨੂੰ ਸ਼ਾਇਦ ਹੀ ਸਫਲਤਾ ਹੁੰਦੀ ਹੈ। ਇਸ ਉਦਯੋਗਿਕ ਨੇਤਾ ਦਾ ਇਸ ਪੁਰਾਣੀ ਕਹਾਵਤ ਵਿੱਚ ਜ਼ਿਆਦਾ ਵਿਸ਼ਵਾਸ ਨਹੀਂ ਕਿ ਸਿਰਫ ਸਖਤ ਮਿਹਨਤ ਹੀ ਉਹ ਜਾਦੂ ਦੀ ਚਾਬੀ ਹੈ ਜੋ ਸਾਡੀਆਂ ਇੱਛਾਵਾਂ ਦੇ ਦਰਵਾਜ਼ੇ ਦਾ ਤਾਲਾ ਖੋਲ੍ਹ ਸਕਦੀ ਹੈ। ਉਸਨੇ ਕਿਹਾ, ਮੈਂ ਅਜਿਹੇ ਲੋਕਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੂੰ ਇਸ ਲਈ ਸਫਲਤਾ ਮਿਲੀ ਕਿ ਉਹਨਾਂ ਨੇ ਚੰਗੇ ਸਮੇਂ 'ਤੇ ਆਪਣਾ ਵਪਾਰ ਵੱਡੇ ਜ਼ੋਰ ਨਾਲ ਚਲਾਇਆ। ਬਾਅਦ ਵਿੱਚ ਮੈਂ ਉਹਨਾਂ ਲੋਕਾਂ ਨੂੰ ਗਲ ਪਿਆ ਢੋਲ ਵਜਾਉਂਦੇ ਦੇਖਿਆ। ਉਹ ਕੰਮ ਅਰੁਚੀ ਵਾਲਾ ਹੋ ਗਿਆ, ਉਹਨਾਂ ਨੂੰ ਉਸ ਵਿੱਚ ਆਨੰਦ ਆਉਣਾ ਬੰਦ ਹੋ ਗਿਆ ਅਤੇ ਉਹ ਅਸਫਲ ਰਹੇ। ਜੇ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਨੂੰ ਪ੍ਰਸੰਨਤਾਪੂਰਵਕ ਮਿਲਣ ਤਾਂ ਤੁਹਾਨੂੰ ਉਹਨਾਂ ਨਾਲ ਪ੍ਰਸੰਨਤਾਪੂਰਵਕ ਮਿਲਣਾ ਚਾਹੀਦਾ ਹੈ। ਮੈਂ ਹਜ਼ਾਰਾਂ ਵਪਾਰੀਆਂ ਨੂੰ ਕਿਹਾ ਕਿ ਤੁਸੀਂ ਇੱਕ ਹਫ਼ਤੇ ਤੱਕ ਦਿਨ ਭਰ ਕਿਸੇ 'ਤੇ ਮੁਸਕਰਾਉਂਦੇ ਰਹੋ ਅਤੇ ਉਸ ਦੇ ਬਾਅਦ ਕਲਾਸ ਵਿੱਚ ਆ ਕੇ ਮੈਨੂੰ ਉਸ ਦੇ ਨਤੀਜੇ ਸੁਣਾਓ। ਇਸ ਦਾ ਕੀ ਪ੍ਰਭਾਵ ਹੋਇਆ ਹੈ, ਆਓ ਦੇਖੀਏ। ਕਰਵ ਐਕਸਚੇਂਜ ਦੇ ਇੱਕ ਮੈਂਬਰ ਵਿਲੀਅਮ ਬਸਟਿਨਹਾਰਡ ਦੀ ਇੱਕ ਚਿੱਠੀ ਹੈ। ਉਸ ਦਾ ਮਾਮਲਾ ਕੋਈ ਅਨੋਖਾ ਨਹੀਂ, ਅਸਲ ਵਿੱਚ ਇਹ ਸੈਂਕੜਿਆਂ ਵਿੱਚੋਂ ਇੱਕ ਨਮੂਨਾ ਮਾਤਰ ਹੈ। ਸ਼੍ਰੀ ਸਟੀਨਹਾਰਡ ਲਿਖਦੇ ਹਨ, ਮੈਨੂੰ ਵਿਆਹ ਕੀਤੇ 18 ਵਰ੍ਹੇ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ।
ਇਸ ਸਮੁੱਚੇ ਕਾਲ ਵਿੱਚ ਸਵੇਰੇ ਜਾਗਣ ਤੋਂ ਲੈ ਕੇ ਕੰਮ 'ਤੇ ਬਾਹਰ ਜਾਣ ਦੇ ਸਮੇਂ ਤੱਕ ਆਪਣੀ ਪਤਨੀ ਨੂੰ ਦੇਖ ਕੇ ਮੈਂ ਸ਼ਾਇਦ ਹੀ ਮੁਸਕਰਾਇਆ ਹੋਵਾਂਗਾ, ਜਾਂ ਮੈਂ ਉਸਨੂੰ 2 ਦਰਜਨ ਸ਼ਬਦ ਕਹੇ ਹੋਣਗੇ। ਇਸ ਨਗਰ ਵਿੱਚ ਮੇਰੇ ਤੋਂ ਵੱਧ ਕੇ ਰੁੱਖਾ ਸੁੱਖਾ ਵਿਅਕਤੀ ਸ਼ਾਇਦ ਹੀ ਕੋਈ ਦੂਸਰਾ ਹੋਵੇ। ਜਦੋਂ ਤੁਸੀਂ ਮੈਨੂੰ ਮੁਸਕਰਾਹਟ ਸੰਬੰਧੀ ਅਨੁਭਵ ਦੇ ਵਿਸ਼ੇ ਵਿੱਚ ਗੱਲਬਾਤ ਕਰਨ ਨੂੰ ਕਿਹਾ ਤਾਂ ਮੈਨੂੰ 1 ਹਫ਼ਤੇ ਤੱਕ ਇਸ ਦੀ ਪ੍ਰੀਖਿਆ ਕਰਕੇ ਦੇਖਣ ਦਾ ਵਿਚਾਰ ਆਇਆ। ਇਸ ਲਈ ਦੂਸਰੇ ਦਿਨ ਸਵੇਰੇ ਵਾਲਾਂ ਦੀ ਕੰਘੀ ਕਰਦੇ ਸਮੇਂ ਮੈਂ ਆਪਣੀ ਵਿਗੜੀ ਬੂਥੀ ਨੂੰ ਦੇਖ ਕੇ ਕਿਹਾ, ਬਿਲ, ਤੂੰ ਅੱਜ ਮੂੰਹ ਫੁਲਾਈ ਰੱਖਣ ਦਾ ਸੁਭਾਅ ਛੱਡਣ ਜਾ ਰਿਹਾ ਹੈ। ਤੂੰ ਅੱਜ ਮੁਸਕਰਾਉਣ ਜਾ ਰਿਹਾ ਹੈ ਅਤੇ ਤੂੰ ਹੁਣੇ ਤੋਂ ਆਰੰਭ ਕਰਨ ਜਾ ਰਿਹਾ ਹੈ। ਜਦੋਂ ਮੈਂ ਭੋਜਨ ਕਰਨ ਬੈਠਿਆ, ਮੈਂ ਮੁਸਕਰਾਉਂਦੇ ਹੋਏ ਪਿਆਰੀ ਸ਼ੁਭ ਪ੍ਰਭਾਤ ਕਹਿ ਕੇ ਆਪਣੀ ਧਰਮ ਪਤਨੀ ਦਾ ਸਤਿਕਾਰ ਕੀਤਾ। ਤੁਸੀਂ ਮੈਨੂੰ ਚੇਤਾਵਨੀ ਦਿੱਤੀ ਸੀ ਕਿ ਸ਼ਾਇਦ ਹੀ ਮੇਰੀ ਪਤਨੀ ਇਸ ਨਾਲ ਹੈਰਾਨ ਹੋ ਜਾਵੇ। ਮੈਂ ਕਹਾਂਗਾ ਤੁਸੀਂ ਉਸ ਦੀ ਪ੍ਰਤੀਕਿਰਿਆ ਦਾ ਅੰਦਾਜ਼ਾ ਘੱਟ ਲਗਾਇਆ ਸੀ। ਉਹ ਮੇਰੇ ਸ਼ਬਦਾਂ ਨਾਲ ਘਬਰਾ ਗਈ। ਉਸ ਨੂੰ ਧੱਕਾ ਜਿਹਾ ਲੱਗਾ। ਮੈਂ ਉਸ ਨੂੰ ਕਿਹਾ ਕਿ ਭਵਿੱਖ ਵਿੱਚ ਇਹ ਗੱਲ ਨਿੱਤ ਹੋਇਆ ਕਰੇਗੀ। ਹੁਣ 2 ਮਹੀਨਿਆਂ ਤੋਂ ਮੈਂ ਨਿੱਤ ਉਸ ਦਾ ਇਸੇ ਮੁਸਕਾਨ ਦੇ ਨਾਲ ਸਤਿਕਾਰ ਕਰਦਾ ਹਾਂ। ਮੇਰੇ ਇਸ ਬਦਲੇ ਹੋਏ ਭਾਵ ਦੇ ਕਾਰਨ ਸਾਡੇ ਘਰ ਵਿੱਚ ਇਹਨਾਂ 2 ਮਹੀਨਿਆਂ ਵਿੱਚ ਜਿੰਨੀ ਸੁੱਖ ਸ਼ਾਂਤੀ ਰਹੀ ਹੈ, ਉਨੀ ਪਿਛਲੇ ਵਰ੍ਹਿਆਂ ਵਿੱਚ ਨਹੀਂ ਸੀ। ਹੁਣ ਜਦੋਂ ਮੈਂ ਦਫ਼ਤਰ ਦੇ ਲਈ ਕੂਚ ਕਰਦਾ ਹਾਂ ਤਾਂ ਉੱਥੇ ਐਲੀਵੇਟਰ ਚਲਾਉਣ ਵਾਲੇ ਲੜਕੇ ਦਾ ਮੁਸਕਰਾਉਂਦੇ ਹੋਏ ਨਮਸਕਾਰ ਦੇ ਨਾਲ ਸਤਿਕਾਰ ਕਰਦਾ ਹਾਂ। ਮੈਂ ਮੁਸਕਾਨ ਦੇ ਨਾਲ ਦੁਆਰਪਾਲ ਦਾ ਸਤਿਕਾਰ ਕਰਦਾ ਹਾਂ। ਜਦੋਂ ਮੈਂ ਖਜ਼ਾਨਚੀ ਤੋਂ ਭਾਣ ਮੰਗਦਾ ਹਾਂ ਤਾਂ ਮੁਸਕਰਾਉਂਦੇ ਹੋਏ ਮੰਗਦਾ ਹਾਂ। ਜਦੋਂ ਮੈਂ ਕਰਬ ਐਕਸਚੇਂਜ ਵਿੱਚ ਜਾਂਦਾ ਹਾਂ ਤਾਂ ਉੱਥੇ ਅਜਿਹੇ ਮਨੁੱਖਾਂ ਨੂੰ ਦੇਖ ਕੇ ਮੁਸਕਰਾਉਂਦਾ ਹਾਂ ਜਿਨ੍ਹਾਂ ਨੇ ਅੱਜ ਤੱਕ ਮੈਨੂੰ ਪਹਿਲਾਂ ਕਦੇ ਮੁਸਕਰਾਉਂਦੇ ਨਹੀਂ ਦੇਖਿਆ ਸੀ। ਮੈਂ ਜਲਦੀ ਹੀ ਦੇਖਿਆ ਕਿ ਹਰੇਕ ਵਿਅਕਤੀ ਮੇਰੇ ਉੱਤੇ ਵੀ ਪ੍ਰਸੰਨਤਾਪੂਰਵਕ ਮੁਸਕਰਾਉਂਦਾ ਹੈ। ਜੋ ਲੋਕ ਮੇਰੇ ਕੋਲ ਸ਼ਿਕਾਇਤ ਲੈ ਕੇ ਜਾਂ ਆਪਣੀ ਕਹਾਣੀ ਸੁਣਾਉਣ ਆਉਂਦੇ ਹਨ, ਮੈਂ ਉਹਨਾਂ ਦੇ ਨਾਲ ਹੱਸ-ਹੱਸ ਕੇ ਵਰਤਾਓ ਕਰਦਾ ਹਾਂ। ਉਹਨਾਂ ਦੀਆਂ ਗੱਲਾਂ ਸੁਣਨ ਸਮੇਂ ਮੈਂ ਮੁਸਕਰਾਉਂਦਾ ਹਾਂ। ਮੈਂ ਦੇਖਦਾ ਹਾਂ ਕਿ ਇਸ ਨਾਲ ਉਹਨਾਂ ਨੂੰ ਮਨਾਉਣਾ ਬਹੁਤ ਆਸਾਨ ਹੋ ਜਾਂਦਾ ਹੈ। ਮੈਂ ਦੇਖਦਾ ਹਾਂ ਕਿ ਮੁਸਕਰਾਉਣ ਨਾਲ ਮੈਨੂੰ ਪ੍ਰਤੀ ਦਿਨ ਡਾਲਰ, ਥੋੜ੍ਹੇ ਨਹੀਂ ਬਹੁਤ ਸਾਰੇ ਡਾਲਰ ਪ੍ਰਾਪਤ ਹੁੰਦੇ ਹਨ। ਮੇਰੇ ਦਫ਼ਤਰ ਵਿੱਚ ਇੱਕ ਦੂਸਰਾ ਦਲਾਲ ਵੀ ਹੈ। ਉਸ ਦਾ ਇੱਕ ਕਲਰਕ ਅੱਛੇ ਸੁਭਾਅ ਦਾ ਨੌਜਵਾਨ ਹੈ। ਮੁਸਕਰਾਉਂਦੇ ਹੋਏ ਮੁੱਖ ਮੰਡਲ ਦੇ ਨਾਲ ਲੋਕਾਂ ਨਾਲ ਪੇਸ਼ ਆਉਣ ਨਾਲ ਜੋ ਚੰਗੇ ਨਤੀਜੇ ਨਿਕਲੇ ਸਨ, ਉਸ ਦੀ ਪ੍ਰਸੰਨਤਾ ਨਾਲ ਮੈਂ ਇੰਨਾ ਫੁੱਲ ਗਿਆ ਸੀ ਕਿ ਮੈਂ ਕੁਝ ਦਿਨ ਪਹਿਲਾਂ ਉਸ ਕਲਰਕ ਨਾਲ ਆਪਣੇ ਮਨੁੱਖੀ ਸੰਬੰਧਾਂ ਦੇ ਨਵੀਨ ਤੱਤ ਗਿਆਨ ਦੀ ਚਰਚਾ ਕੀਤੀ। ਜਦੋਂ ਉਸਨੇ ਸਵੀਕਾਰ ਕੀਤਾ ਕਿ ਜਦੋਂ ਮੈਂ ਪਹਿਲਾਂ ਪਹਿਲ ਉਸ ਦੀ ਫਰਮ ਦੇ ਨਾਲ ਇਕੱਠਾ ਮਿਲ ਕੇ ਕੰਮ ਕਰਨ ਆਇਆ ਸੀ ਤਾਂ ਉਹ ਮੈਨੂੰ ਇੱਕ ਭਿਆਨਕ ਰਿੱਛ ਸਮਝਦਾ ਸੀ ਅਤੇ ਹਾਲੇ ਥੋੜ੍ਹੇ ਹੀ ਦਿਨ ਹੋਏ ਉਸਨੇ ਆਪਣੀ ਰਾਏ ਬਦਲੀ ਹੈ। ਉਸਨੇ ਕਿਹਾ ਕਿ ਜਦੋਂ ਮੈਂ ਮੁਸਕਰਾਉਂਦਾ ਹਾਂ ਤਾਂ ਸੱਚਮੁੱਚ ਮਨੁੱਖ ਹੁੰਦਾ ਹਾਂ। ਮੈਂ ਆਪਣੀ ਪ੍ਰਣਾਲੀ ਵਿੱਚੋਂ ਆਲੋਚਨਾ ਨੂੰ ਵੀ ਕੱਢ ਦਿੱਤਾ ਹੈ। ਹੁਣ ਮੈਂ ਬੁਰਾ ਕਹਿਣ ਦੀ ਥਾਂ 'ਤੇ ਗੁਣ ਗ੍ਰਹਿਣ ਅਤੇ ਪ੍ਰਸ਼ੰਸਾ ਕਰਦਾ ਹਾਂ। ਮੈਂ ਜੋ ਕੁਝ ਚਾਹੁੰਦਾ ਹਾਂ ਉਸ ਦੇ ਵਿਸ਼ੇ ਵਿੱਚ ਗੱਲਾਂ ਕਰਨਾ ਮੈਂ ਬੰਦ ਕਰ ਦਿੱਤਾ ਹੈ। ਹੁਣ ਮੈਂ ਦੂਸਰੇ ਮਨੁੱਖ ਦਾ ਦ੍ਰਿਸ਼ਟੀਕੋਣ ਜਾਣਨ ਦਾ ਕੰਮ ਕਰਦਾ ਹਾਂ। ਇਹਨਾਂ ਗੱਲਾਂ ਨੇ ਸੱਚਮੁੱਚ ਮੇਰੇ ਜੀਵਨ ਵਿੱਚ ਕ੍ਰਾਂਤੀ ਪੈਦਾ ਕਰ ਦਿੱਤੀ। ਹੁਣ ਮੈਂ ਪਹਿਲਾਂ ਨਾਲੋਂ ਪੂਰੀ ਤਰ੍ਹਾਂ ਵੱਖਰਾ ਮਨੁੱਖ, ਜ਼ਿਆਦਾ ਸੁਖੀ ਮਨੁੱਖ, ਜ਼ਿਆਦਾ ਧਨੀ ਮਨੁੱਖ ਹਾਂ। ਮੇਰੇ ਕੋਲ ਧਨ ਅਤੇ ਮਿੱਤਰ ਪਹਿਲਾਂ ਨਾਲੋਂ ਜ਼ਿਆਦਾ ਹਨ। ਅਨੰਤ ਇਹੀ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਦੀ ਜ਼ਿਆਦਾ ਜ਼ਰੂਰਤ ਹੈ। ਯਾਦ ਰਹੇ ਕਿ ਇਹ ਪੱਤਰ ਇੱਕ ਐਸੇ ਕੂਟਨੀਤਿਕ ਸੰਸਾਰਕ ਵਿਹਾਰ ਵਿੱਚ ਚਤਰ ਦਲਾਲ ਦਾ ਲਿਖਿਆ ਹੋਇਆ ਹੈ ਜਿਸ ਦੀ ਕਮਾਈ ਦਾ ਸਾਧਨ ਹੀ ਨਿਊਯਾਰਕ ਕਰਬ ਐਕਸਚੇਂਜ ਵਿੱਚ ਆਪਣੇ ਲਈ ਕੰਪਨੀਆਂ ਦੇ ਹਿੱਸੇ ਖਰੀਦਣਾ ਅਤੇ ਵੇਚਣਾ ਹੈ। ਇਹ ਵਪਾਰ ਇੰਨਾ ਕਠਿਨ ਹੈ ਕਿ ਇਸ ਦਾ ਧੰਦਾ ਕਰਨ ਵਾਲੇ 100 ਮਨੁੱਖਾਂ ਵਿੱਚੋਂ 99 ਅਸਫਲ ਰਹਿੰਦੇ ਹਨ। ਤੁਹਾਡਾ ਮੁਸਕਰਾਉਣ ਨੂੰ ਮਨ ਨਹੀਂ ਹੁੰਦਾ ਤਾਂ ਫਿਰ ਕੀ? 2 ਗੱਲਾਂ ਕਰੋ। ਪਹਿਲੀ, ਖੁਦ ਨੂੰ ਮੁਸਕਰਾਉਣ ਲਈ ਬੇਵੱਸ ਕਰੋ। ਜੇ ਤੁਸੀਂ ਇਕੱਲੇ ਹੋ ਤਾਂ ਖੁਦ ਨੂੰ ਸੀਟੀ ਦੀ ਤਰ੍ਹਾਂ ਆਵਾਜ਼ ਕੱਢਣਾ ਜਾਂ ਗੁਣਗੁਣਾਉਣ ਜਾਂ ਸੁਰ ਕੱਢਣ ਜਾਂ ਗਾਉਣ ਲਈ ਮਜਬੂਰ ਕਰੋ। ਇਸ ਪ੍ਰਕਾਰ ਆਚਰਣ ਕਰੋ ਮਾਨੋ ਤੁਸੀਂ ਪਹਿਲਾਂ ਤੋਂ ਹੀ ਸੁਖੀ ਹੋ। ਇਹ ਗੱਲ ਤੁਹਾਨੂੰ ਸੁਖੀ ਬਣਾਉਣ ਦਾ ਕੰਮ ਕਰੇਗੀ। ਹਾਰਵਰਡ ਯੂਨੀਵਰਸਿਟੀ ਦੇ ਸਵਰਗੀ ਪ੍ਰੋਫੈਸਰ ਵਿਲੀਅਮ ਜੇਮਸ ਨੇ ਇਸ ਗੱਲ ਨੂੰ ਇਸ ਪ੍ਰਕਾਰ ਕਿਹਾ, ਕਰਮ ਭਾਵਨਾ ਦੀ ਨਕਲ ਕਰਦਾ ਪ੍ਰਤੀਤ ਹੁੰਦਾ ਹੈ, ਪਰੰਤੂ ਅਸਲ ਵਿੱਚ ਕਰਮ ਅਤੇ ਭਾਵਨਾ ਇਕੱਠੇ ਚੱਲਦੇ ਹਨ। ਕਰਮ ਪ੍ਰਤੱਖ ਰੂਪ ਵਿੱਚ ਇੱਛਾ ਦੇ ਵਸ ਵਿੱਚ ਹੈ, ਪਰੰਤੂ ਭਾਵਨਾ ਨਹੀਂ। ਇਸ ਲਈ ਕਰਮ ਦਾ ਨਿਯੰਤਰਣ ਕਰਕੇ ਅਸੀਂ ਅਪ੍ਰਤੱਖ ਰੂਪ ਵਿੱਚ ਭਾਵਨਾ ਦਾ ਨਿਯੰਤਰਣ ਕਰ ਸਕਦੇ ਹਾਂ।
ਇਸ ਲਈ ਜੇ ਸਾਡੇ ਮਨ ਦੀ ਪ੍ਰਫੁੱਲਤਾ ਨਸ਼ਟ ਹੋ ਚੁੱਕੀ ਹੈ ਤਾਂ ਉਸ ਨੂੰ ਪ੍ਰਾਪਤ ਕਰਨ ਦਾ ਇੱਛੁਕ ਰਾਜਮਾਰਗ ਇਹ ਹੈ ਕਿ ਅਸੀਂ ਆਨੰਦ ਨਾਲ ਬੈਠ ਕੇ ਇਸ ਪ੍ਰਕਾਰ ਕਰਮ ਅਤੇ ਗੱਲਬਾਤ ਕਰੀਏ ਮਾਨੋ ਪ੍ਰਫੁੱਲਤਾ ਪਹਿਲਾਂ ਤੋਂ ਹੀ ਉੱਥੇ ਬਿਰਾਜਮਾਨ ਹੈ। ਸੰਸਾਰ ਵਿੱਚ ਹਰੇਕ ਵਿਅਕਤੀ ਸੁੱਖ ਲੱਭਦਾ ਹੈ ਅਤੇ ਉਸ ਨੂੰ ਪਾਉਣ ਦਾ ਇੱਕ ਨਿਸ਼ਚਿਤ ਮਾਰਗ ਹੈ। ਉਹ ਹੈ ਆਪਣੇ ਵਿਚਾਰਾਂ ਨੂੰ ਵਸ ਵਿੱਚ ਕਰਨਾ। ਸੁੱਖ ਬਾਹਰੀ ਹਾਲਤਾਂ ਉੱਤੇ ਨਿਰਭਰ ਨਹੀਂ ਕਰਦਾ, ਇਸ ਦਾ ਨਿਰਭਰ ਅੰਦਰਲੀਆਂ ਹਾਲਤਾਂ ਉੱਤੇ ਹੈ। ਤੁਹਾਡੇ ਕੋਲ ਕੀ ਹੈ, ਜਾਂ ਤੁਸੀਂ ਕੌਣ ਹੋ, ਜਾਂ ਤੁਸੀਂ ਕਿੱਥੇ ਹੋ, ਜਾਂ ਤੁਸੀਂ ਕੀ ਕਰ ਰਹੇ ਹੋ, ਇਹ ਗੱਲਾਂ ਤੁਹਾਨੂੰ ਸੁਖੀ ਜਾਂ ਦੁਖੀ ਨਹੀਂ ਬਣਾਉਂਦੀਆਂ। ਤੁਸੀਂ ਜੋ ਕੁਝ ਸੋਚਦੇ ਹੋ ਉਸੇ ਉੱਤੇ ਤੁਹਾਡਾ ਸੁੱਖ ਦੁੱਖ ਨਿਰਭਰ ਕਰਦਾ ਹੈ। ਉਦਾਹਰਨ ਦੇ ਤੌਰ ਤੇ ਹੋ ਸਕਦਾ ਹੈ ਕਿ ਦੋ ਮਨੁੱਖ ਇੱਕ ਹੀ ਥਾਂ ਤੇ ਹੋਣ ਅਤੇ ਇੱਕ ਹੀ ਕੰਮ ਕਰ ਰਹੇ ਹੋਣ, ਦੋਹਾਂ ਕੋਲ ਧਨ ਅਤੇ ਅਧਿਕਾਰ ਇੱਕ ਬਰਾਬਰ ਹੋਣ, ਤਾਂ ਵੀ ਇੱਕ ਦੁਖੀ ਹੋਵੇ ਅਤੇ ਦੂਸਰਾ ਸੁਖੀ। ਕਾਰਨ ਕਿਉਂਕਿ ਦੋਹਾਂ ਦਾ ਮਾਨਸਿਕ ਭਾਵ ਇੱਕ ਨਹੀਂ। ਮੈਂ ਚੀਨ ਦੀ ਵਿਨਾਸ਼ਕਾਰੀ ਗਰਮੀ ਵਿੱਚ 3 ਆਨੇ ਦਿਹਾੜੀ ਉੱਤੇ ਖੂਨ ਅਤੇ ਪਸੀਨਾ ਇੱਕ ਕਰਦੇ ਹੋਈ ਚੀਨੀ ਕੁੜੀਆਂ ਵਿੱਚੋਂ ਉਨੇ ਹੀ ਸੁਖੀ ਚਿਹਰੇ ਦੇਖੇ ਹਨ ਜਿੰਨੇ ਕਿ ਮੈਂ ਫੁੱਲਾਂ ਦੀ ਬਗੀਚੀ ਵਿੱਚ ਟਹਿਲਦੇ ਹੋਏ ਲੋਕਾਂ ਵਿੱਚ ਦੇਖਦਾ ਹਾਂ। ਮਹਾਕਵੀ ਸ਼ੇਕਸਪੀਅਰ ਦਾ ਕਥਨ ਹੈ, ਕੋਈ ਵਸਤੂ ਅੱਛੀ ਜਾਂ ਬੁਰੀ ਨਹੀਂ, ਵਿਚਾਰ ਹੀ ਉਸ ਨੂੰ ਉਹੋ ਜਿਹੀ ਬਣਾ ਦਿੰਦਾ ਹੈ। ਏਬੀ ਲਿੰਕਨ ਨੇ ਇੱਕ ਵਾਰ ਕਿਹਾ ਸੀ ਕਿ ਜ਼ਿਆਦਾਤਰ ਲੋਕ ਅਕਸਰ ਉਨੇ ਸੁਖੀ ਹੁੰਦੇ ਹਨ ਜਿੰਨਾ ਸੁਖੀ ਹੋਣ ਦਾ ਉਹ ਨਿਸ਼ਚਾ ਕਰ ਲੈਂਦੇ ਹਨ। ਉਸ ਦਾ ਕਥਨ ਠੀਕ ਹੀ ਹੈ। ਉਸ ਸੱਚ ਦਾ ਇੱਕ ਸਪਸ਼ਟ ਉਦਾਹਰਨ ਮੈਂ ਥੋੜ੍ਹੇ ਦਿਨ ਹੋਏ ਦੇਖਿਆ। ਮੈਂ ਨਿਊਯਾਰਕ ਵਿੱਚ ਲੌਂਗ ਆਈਲੈਂਡ ਸਟੇਸ਼ਨ ਦੀਆਂ ਪੌੜੀਆਂ ਚੜ੍ਹ ਰਿਹਾ ਸੀ। ਮੇਰੇ ਠੀਕ ਸਾਹਮਣੇ 30-40 ਲੂਲੇ ਲੰਗੜੇ ਛੜੀਆਂ ਅਤੇ ਵਿਸਾਖੀਆਂ ਦੇ ਸਹਾਰੇ ਉੱਪਰ ਚੜ੍ਹ ਰਹੇ ਸਨ। ਇੱਕ ਲੜਕੇ ਨੂੰ ਚੁੱਕ ਕੇ ਉੱਪਰ ਲੈ ਜਾਣਾ ਪਿਆ। ਉਹਨਾਂ ਦਾ ਹਾਸਾ ਅਤੇ ਉਲਾਸ ਦੇਖ ਕੇ ਮੈਨੂੰ ਬੜੀ ਹੈਰਾਨੀ ਹੋਈ। ਇਹਨਾਂ ਲੜਕਿਆਂ ਦੇ ਪ੍ਰਬੰਧਕ ਨਾਲ ਮੈਂ ਇਸ ਵਿਸ਼ੇ ਵਿੱਚ ਚਰਚਾ ਕੀਤੀ। ਉਸਨੇ ਕਿਹਾ, ਠੀਕ ਹੈ, ਜਦੋਂ ਲੜਕਾ ਮਹਿਸੂਸ ਕਰਦਾ ਹੈ ਕਿ ਮੈਂ ਉਮਰ ਭਰ ਦੇ ਲਈ ਲੂਲਾ ਹੋ ਰਿਹਾ ਹਾਂ ਤਾਂ ਪਹਿਲਾਂ ਤਾਂ ਉਸ ਨੂੰ ਬੜਾ ਧੱਕਾ ਪਹੁੰਚਦਾ ਹੈ, ਪਰੰਤੂ ਧੱਕੇ ਦਾ ਪ੍ਰਭਾਵ ਦੂਰ ਹੁੰਦੇ ਹੀ ਉਹ ਆਮ ਤੌਰ ਤੇ ਖੁਦ ਨੂੰ ਕਿਸਮਤ ਉੱਤੇ ਛੱਡ ਦਿੰਦਾ ਹੈ ਅਤੇ ਉਦੋਂ ਆਮ ਲੜਕਿਆਂ ਨਾਲੋਂ ਵੀ ਸੁਖੀ ਹੋ ਜਾਂਦਾ ਹੈ। ਮੇਰਾ ਮਨ ਉਹਨਾਂ ਲੜਕਿਆਂ ਨੂੰ ਪ੍ਰਣਾਮ ਕਰਨ ਨੂੰ ਹੁੰਦਾ ਸੀ। ਉਹਨਾਂ ਨੇ ਮੈਨੂੰ ਇੱਕ ਅਜਿਹੀ ਸਿੱਖਿਆ ਦਿੱਤੀ ਸੀ ਜਿਸ ਦੀ ਮੈਨੂੰ ਉਮੀਦ ਹੈ ਮੈਂ ਕਦੇ ਨਹੀਂ ਭੁੱਲਾਂਗਾ। ਮੈਂ ਇੱਕ ਦਿਨ ਤੀਸਰੇ ਪਹਿਰ ਸ਼੍ਰੀਮਤੀ ਮੈਰੀ ਪਿਕਫੋਰਡ ਨੂੰ ਮਿਲਣ ਗਿਆ। ਉਨੀ ਦਿਨੀ ਉਹ ਡਗਲਸ ਫੇਅਰ ਬੈਂਕਸ ਤੋਂ ਤਲਾਕ ਲੈਣ ਦੀ ਤਿਆਰੀ ਕਰ ਰਹੀ ਸੀ। ਉਸ ਸਮੇਂ ਸੰਸਾਰ ਇਹ ਸਮਝ ਰਿਹਾ ਸੀ ਕਿ ਉਹ ਘਬਰਾਈ ਹੋਈ ਅਤੇ ਦੁਖੀ ਹੈ, ਪਰੰਤੂ ਮੈਂ ਉਸ ਨੂੰ ਅਤਿਅੰਤ ਸ਼ਾਂਤ ਅਤੇ ਪ੍ਰਸੰਨਤਾ ਭਰਪੂਰ ਪਾਇਆ। ਉਹਨਾਂ ਵਿੱਚੋਂ ਸੁੱਖ ਦੀਆਂ ਰਿਸ਼ਮਾਂ ਨਿਕਲ ਰਹੀਆਂ ਸਨ। ਉਹਨਾਂ ਦਾ ਰਹੱਸ ਕੀ ਸੀ? ਉਹਨਾਂ ਨੇ ਇਸ ਨੂੰ ਇੱਕ 35 ਪੰਨਿਆਂ ਦੀ ਪੁਸਤਕ ਵਿੱਚ ਪ੍ਰਗਟ ਕੀਤਾ ਹੈ। ਇਸ ਪੁਸਤਕ ਦੇ ਪਾਠ ਨਾਲ ਤੁਹਾਨੂੰ ਬੜਾ ਆਨੰਦ ਪ੍ਰਾਪਤ ਹੋਵੇਗਾ। ਆਪਣੀ ਸਰਵਜਨਿਕ ਲਾਇਬ੍ਰੇਰੀ ਵਿੱਚੋਂ ਜਾ ਕੇ ਮੇਰੀ ਪਿਕਫੋਰਡ ਕ੍ਰਿਤ ਵਾਈ ਨਾਟ ਟਰਾਈ ਗੋਡ ਲੈ ਕੇ ਪੜ੍ਹੋ। ਫਰੈਂਕਲਿਨ ਬਟਗਰ ਅਮਰੀਕਾ ਦਾ ਇੱਕ ਬੜਾ ਹੀ ਸਫਲ ਇੰਸ਼ੋਰੈਂਸ ਕਰਨ ਵਾਲਾ ਮਨੁੱਖ ਹੈ। ਉਸਨੇ ਮੈਨੂੰ ਦੱਸਿਆ ਕਿ ਕਈ ਵਰ੍ਹੇ ਹੋਏ ਮੈਂ ਮਾਲੂਮ ਕੀਤਾ ਸੀ ਕਿ ਮੁਸਕਰਾਉਂਦੇ ਹੋਏ ਮਨੁੱਖ ਦਾ ਸਦਾ ਸਵਾਗਤ ਹੁੰਦਾ ਹੈ। ਇਸ ਲਈ ਕਿਸੇ ਮਨੁੱਖ ਦੇ ਦਫ਼ਤਰ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਉਹ ਹਮੇਸ਼ਾ ਇੱਕ ਪਲ ਦੇ ਲਈ ਠਹਿਰ ਕੇ ਉਹਨਾਂ ਅਨੇਕ ਗੱਲਾਂ ਨੂੰ ਸੋਚਦਾ ਹੈ ਜਿਨ੍ਹਾਂ ਦੇ ਲਈ ਉਹ ਉਸ ਮਨੁੱਖ ਦਾ ਅਹਿਸਾਨਮੰਦ ਹੈ। ਆਪਣੇ ਚਿਹਰੇ ਉੱਤੇ ਇੱਕ ਵੱਡੀ ਮੁਸਕਾਨ ਲਿਆਉਂਦਾ ਹੈ ਜਿਸ ਵਿੱਚ ਨਿਸ਼ਕਪਟਤਾ ਤੋਂ ਲੈ ਕੇ ਪੁਨਿਆਈ ਤੱਕ ਸਾਰੇ ਉੱਤਮ ਭਾਵ ਟਪਕਦੇ ਹਨ ਅਤੇ ਇਸ ਦੇ ਬਾਅਦ ਕਮਰੇ ਵਿੱਚ ਪ੍ਰਵੇਸ਼ ਕਰਦਾ ਹੈ ਜਦੋਂ ਕਿ ਉਹ ਮੁਸਕਾਨ ਉਸ ਦੇ ਚਿਹਰੇ ਉੱਤੋਂ ਹੁਣੇ ਪੈਦਾ ਹੋ ਰਹੀ ਹੁੰਦੀ ਹੈ। ਉਸ ਦਾ ਵਿਸ਼ਵਾਸ ਹੈ ਕਿ ਇਸ ਸਰਲ ਜਿਹੇ ਗੁਰ ਨਾਲ ਉਸ ਨੂੰ ਇੰਸ਼ੋਰੈਂਸ ਵੇਚਣ ਵਿੱਚ ਅਸਾਧਾਰਨ ਸਫਲਤਾ ਹੋਈ ਹੈ। ਐਲਬਰਟ ਹਬਰਡ ਦੇ ਇਸ ਛੋਟੇ ਜਿਹੇ ਵਿਵੇਕਪੂਰਨ ਮਸ਼ਵਰੇ ਨੂੰ ਧਿਆਨ ਨਾਲ ਪੜ੍ਹੋ, ਪਰ ਯਾਦ ਰਹੇ ਕਿ ਸਿਰਫ ਪੜ੍ਹਨ ਨਾਲ ਕੁਝ ਲਾਭ ਨਹੀਂ ਹੋਵੇਗਾ ਜਦੋਂ ਤੱਕ ਤੁਸੀਂ ਇਸ ਦਾ ਉਪਯੋਗ ਨਹੀਂ ਕਰੋਗੇ। ਜਦੋਂ ਵੀ ਤੁਸੀਂ ਘਰ ਤੋਂ ਬਾਹਰ ਜਾਵੋ, ਠੋਡੀ ਨੂੰ ਅੰਦਰ ਦੀ ਤਰਫ ਖਿੱਚੋ, ਸਿਰ ਦੀ ਚੋਟੀ ਨੂੰ ਉੱਚਾ ਲੈ ਜਾਵੋ ਅਤੇ ਫੇਫੜਿਆਂ ਨੂੰ ਪੂਰੀ ਤਰ੍ਹਾਂ ਨਾਲ ਹਵਾ ਨਾਲ ਭਰ ਲਵੋ। ਧੁੱਪ ਨੂੰ ਪੀਵੋ, ਆਪਣੇ ਮਿੱਤਰ ਦਾ ਮੁਸਕਰਾਹਟ ਦੇ ਨਾਲ ਸਵਾਗਤ ਕਰੋ ਅਤੇ ਜਦੋਂ ਵੀ ਹੱਥ ਮਿਲਾਓ ਬੜੇ ਉਤਸ਼ਾਹ ਦੇ ਨਾਲ ਮਿਲਾਵੋ। ਤੁਹਾਡੇ ਸੰਬੰਧ ਵਿੱਚ ਲੋਕਾਂ ਨੂੰ ਗਲਤੀ ਹੋ ਜਾਵੇਗੀ, ਇਸ ਦਾ ਭੈ ਨਾ ਕਰੋ। ਤੁਸੀਂ ਜੋ ਕੁਝ ਕਰਨਾ ਚਾਹੁੰਦੇ ਹੋ ਉਸ ਨੂੰ ਆਪਣੇ ਮਨ ਵਿੱਚ ਦ੍ਰਿੜਤਾਪੂਰਵਕ ਜਮਾ ਲਵੋ ਅਤੇ ਫਿਰ ਆਪਣਾ ਰੁਖ ਬਿਨਾਂ ਬਦਲੇ ਲਕਸ਼ ਦੀ ਤਰਫ ਸਿੱਧਾ ਵੱਧਦੇ ਚਲੋ। ਜੋ ਮਹਾਨ ਅਤੇ ਉਜਲਾ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਉਸ ਉੱਤੇ ਧਿਆਨ ਲਗਾਓ। ਫਿਰ ਜਿਉਂ-ਜਿਉਂ ਭਗਵਾਨ ਭਾਸਕਰ ਦਾ ਰੱਥ ਅੱਗੇ ਵੱਧਦਾ ਚੱਲੇਗਾ, ਤੁਸੀਂ ਦੇਖੋਗੇ ਕਿ ਤੁਹਾਡੀ ਇੱਛਾ ਦੀ ਪੂਰਤੀ ਦੇ ਲਈ ਜਿੰਨਾ ਸੁਯੋਗਾਂ ਦੀ ਜ਼ਰੂਰਤ ਹੈ ਉਹ ਆਪਣੇ ਆਪ ਤੁਹਾਡੇ ਹੱਥ ਵਿੱਚ ਆ ਰਹੇ ਹਨ। ਜਿਸ ਪ੍ਰਕਾਰ ਪ੍ਰਵਾਲਕਿਟ ਨੂੰ ਸਾਗਰ ਦੀਆਂ ਵਹਿੰਦੀਆਂ ਲਹਿਰਾਂ ਵਿੱਚੋਂ ਉਹ ਤੱਤ ਮਿਲਦਾ ਰਹਿੰਦਾ ਹੈ
ਜਿਸ ਦੀ ਉਸ ਨੂੰ ਜ਼ਰੂਰਤ ਹੁੰਦੀ ਹੈ। ਆਪਣੇ ਮਨ ਵਿੱਚ ਉਸ ਯੋਗ, ਤਤਪਰ, ਉਪਯੋਗੀ ਵਿਅਕਤੀ ਦੀ ਤਸਵੀਰ ਖਿੱਚੋ ਜੋ ਤੁਸੀਂ ਬਣਨ ਦੀ ਇੱਛਾ ਰੱਖਦੇ ਹੋ। ਫਿਰ ਜੋ ਵਿਚਾਰ ਤੁਹਾਡੇ ਮਨ ਵਿੱਚ ਹਨ ਉਹ ਹਰ ਪਲ ਤੁਹਾਨੂੰ ਬਦਲ ਕੇ ਉਹੀ ਵਿਸ਼ੇਸ਼ ਵਿਅਕਤੀ ਬਣਾ ਦੇਣਗੇ। ਵਿਚਾਰ ਸਭ ਤੋਂ ਸ਼ਕਤੀਸ਼ਾਲੀ ਹਨ। ਸੱਚਾ ਮਾਨਸਿਕ ਭਾਵ, ਸਾਹਸ, ਨਿਸ਼ਕਪਟਤਾ ਅਤੇ ਉੱਤਮ ਧੀਰਜ ਦਾ ਭਾਵ ਬਣਾਈ ਰੱਖੋ। ਯਥਾਰਥ ਰੂਪ ਨਾਲ ਚਿੰਤਨ ਕਰਨਾ ਸ੍ਰਿਸ਼ਟੀ ਕਰਨਾ ਹੈ। ਸਭ ਕੰਮ ਇੱਛਾ ਦੁਆਰਾ ਹੁੰਦੇ ਹਨ ਅਤੇ ਹਰ ਇੱਕ ਨਿਸ਼ਕਪਟ ਪ੍ਰਾਰਥਨਾ ਸੁਣੀ ਜਾਂਦੀ ਹੈ। ਅਸੀਂ ਉਸੇ ਦੇ ਯੋਗ ਹੋ ਜਾਂਦੇ ਹਾਂ ਜਿਸ ਤੇ ਸਾਡੇ ਹਿਰਦੇ ਜੰਮੇ ਹੁੰਦੇ ਹਨ। ਠੋਡੀ ਨੂੰ ਅੰਦਰ ਦੱਬ ਕੇ ਅਤੇ ਸਿਰ ਦੀ ਚੋਟੀ ਨੂੰ ਉੱਪਰ ਉਠਾ ਕੇ ਚੱਲੋ। ਸਾਡੇ ਵਿੱਚ ਦੇਵਤਾ ਬਣਨ ਦੀ ਸ਼ਕਤੀ ਹੈ। ਪ੍ਰਾਚੀਨ ਚੀਨੀ ਬੁੱਧੀਮਾਨ ਸੰਸਾਰ ਦੀਆਂ ਰੀਤੀਆਂ ਵਿੱਚ ਬੜੇ ਬੁੱਧੀਮਾਨ ਹਨ। ਉਹਨਾਂ ਵਿੱਚ ਇੱਕ ਕਹਾਵਤ ਹੈ ਜਿਸ ਨੂੰ ਕੱਟ ਕੇ ਸਾਨੂੰ ਆਪਣੀਆਂ ਟੋਪੀਆਂ ਦੇ ਅੰਦਰ ਚਿਪਕਾ ਰੱਖਣਾ ਚਾਹੀਦਾ ਹੈ। ਉਹ ਇਸ ਪ੍ਰਕਾਰ ਹੈ, ਜਿਸ ਮਨੁੱਖ ਦਾ ਮੁੱਖ ਮੰਡਲ ਮੁਸਕਰਾਉਂਦਾ ਹੋਇਆ ਨਹੀਂ, ਉਸ ਨੂੰ ਦੁਕਾਨ ਨਹੀਂ ਖੋਲ੍ਹਣੀ ਚਾਹੀਦੀ। ਦੁਕਾਨਾਂ ਦੇ ਵਿਸ਼ੇ ਵਿੱਚ ਚਰਚਾ ਕਰਦੇ ਹੋਏ ਫਰੈਂਕ ਇਰਵਿੰਗ ਫਲੈਚਰ ਨੇ ਓਪਨਹੀਮ ਕਾਲੀਨਸ ਐਂਡ ਕੰਪਨੀ ਦੇ ਲਈ ਆਪਣੇ ਇੱਕ ਵਿਗਿਆਪਨ ਵਿੱਚ ਸਧਾਰਨ ਤੱਤ ਗਿਆਨ ਦਾ ਉਪਦੇਸ਼ ਦਿੱਤਾ ਹੈ। ਕ੍ਰਿਸਮਸ ਵਿੱਚ ਮੁਸਕਰਾਹਟ ਦਾ ਮੁੱਲ। ਇਸ ਉੱਤੇ ਖਰਚ ਕੁਝ ਨਹੀਂ ਆਉਂਦਾ, ਪਰੰਤੂ ਇਹ ਪੈਦਾ ਬਹੁਤ ਕਰਦੀ ਹੈ। ਇਸ ਨੂੰ ਪਾਉਣ ਵਾਲੇ ਮਾਲਾ ਮਾਲ ਹੋ ਜਾਂਦੇ ਹਨ, ਪਰੰਤੂ ਦੇਣ ਵਾਲੇ ਵੀ ਦਰਿਦਰ ਨਹੀਂ ਹੋ ਜਾਂਦੇ। ਇਹ ਇੱਕ ਪਲ ਵਿੱਚ ਪੈਦਾ ਹੁੰਦੀ ਹੈ ਅਤੇ ਇਸ ਦੀ ਸਮ੍ਰਿਤੀ ਕਦੇ-ਕਦੇ ਹਮੇਸ਼ਾ ਦੇ ਲਈ ਬਣੀ ਰਹਿੰਦੀ ਹੈ। ਕੋਈ ਮਨੁੱਖ ਇੰਨਾ ਧਨੀ ਨਹੀਂ ਕਿ ਜਿਸ ਦਾ ਇਸ ਦੇ ਬਿਨਾਂ ਨਿਰਵਾਹ ਹੋ ਸਕੇ, ਅਤੇ ਨਾ ਕੋਈ ਇੰਨਾ ਦਰਿਦਰ ਹੈ ਕਿ ਜੋ ਇਸ ਦੇ ਲਾਭਾਂ ਨਾਲ ਧਨੀ ਨਾ ਹੋਵੇ। ਇਹ ਘਰ ਵਿੱਚ ਸੁੱਖ ਉਤਪੰਨ ਕਰਦੀ ਹੈ, ਵਪਾਰ ਵਿੱਚ ਪ੍ਰਸਿੱਧੀ ਵਧਾਉਂਦੀ ਹੈ ਅਤੇ ਸਮਰਥਨ ਦੇ ਲਈ ਕੀਤਾ ਹੋਇਆ ਮਿੱਤਰਾਂ ਦਾ ਹਸਤਾਖਰ ਹੈ। ਇੱਕ ਥੱਕੇ ਹੋਏ ਦੇ ਲਈ ਆਰਾਮ ਹੈ, ਨਿਰਾਸ਼ ਦੇ ਲਈ ਦਿਨ ਦਾ ਪ੍ਰਕਾਸ਼ ਹੈ, ਠਰੇ ਹੋਏ ਦੇ ਲਈ ਧੁੱਪ ਹੈ, ਕਸ਼ਟ ਦੇ ਲਈ ਕੁਦਰਤ ਦਾ ਸਰਵਉੱਤਮ ਪ੍ਰਤਕਾਰ ਹੈ। ਤਾਂ ਵੀ ਇਹ ਮੁੱਲ ਨਹੀਂ ਲਈ ਜਾ ਸਕਦੀ, ਮੰਗੀ ਨਹੀਂ ਜਾ ਸਕਦੀ, ਉਧਾਰ ਨਹੀਂ ਲਈ ਜਾ ਸਕਦੀ ਜਾਂ ਚੁਰਾਈ ਨਹੀਂ ਜਾ ਸਕਦੀ, ਕਿਉਂਕਿ ਜਦੋਂ ਤੱਕ ਇਹ ਦਿੱਤੀ ਨਾ ਜਾਵੇ ਉਦੋਂ ਤੱਕ ਸੰਸਾਰ ਵਿੱਚ ਕਿਸੇ ਦੇ ਕੁਝ ਕੰਮ ਦੀ ਨਹੀਂ। ਅਤੇ ਜੇ ਤੁਸੀਂ ਕ੍ਰਿਸਮਸ ਵਿੱਚ ਅੰਤਿਮ ਸਮੇਂ ਵਿੱਚ ਚੀਜ਼ਾਂ ਖਰੀਦ ਰਹੇ ਹੋਵੋ ਅਤੇ ਕੰਮ ਦੀ ਜ਼ਿਆਦਤੀ ਨਾਲ ਥੱਕ ਜਾਣ ਦੇ ਕਾਰਨ ਸਾਡਾ ਕੋਈ ਦੁਕਾਨਦਾਰ ਤੁਹਾਡਾ ਮੁਸਕਰਾਹਟ ਦੇ ਨਾਲ ਸਵਾਗਤ ਨਾ ਕਰ ਸਕੇ, ਤਾਂ ਅਸੀਂ ਤੁਹਾਨੂੰ ਪ੍ਰਾਰਥਨਾ ਕਰ ਸਕਦੇ ਹਾਂ ਕਿ ਤੁਸੀਂ ਮੁਸਕਰਾਉਣਾ ਨਹੀਂ ਭੁੱਲੋਗੇ, ਕਿਉਂਕਿ ਮੁਸਕਰਾਹਟ ਦੀ ਜਿੰਨੀ ਜ਼ਰੂਰਤ ਉਹਨਾਂ ਨੂੰ ਹੈ ਜੋ ਮੁਸਕਰਾ ਕੇ ਦੂਸਰਿਆਂ ਦਾ ਸਵਾਗਤ ਨਹੀਂ ਕਰਦੇ, ਉਨੀ ਕਿਸੇ ਦੂਸਰੇ ਨੂੰ ਨਹੀਂ। ਇਸ ਲਈ ਜੇ ਤੁਸੀਂ ਲੋਕਾਂ ਦਾ ਪਿਆਰਾ ਬਣਨਾ ਚਾਹੁੰਦੇ ਹੋ ਤਾਂ ਨਿਯਮ ਨੰਬਰ 2 ਹੈ, ਮੁਸਕਰਾਓ ਤੇ ਮੁਸਕਰਾਉਂਦੇ ਰਹੋ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਤਾਂ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।